ਬਹੁਤ ਪਹਿਲਾਂ ਇੱਕ ਕੁੜੀ ਸੀ ਹਾਈਡੀ। ਉਹਦੇ ਪੇਰੈਂਟਸ ਦੇ ਗੁਜ਼ਰਨ ਤੋਂ ਬਾਅਦ ਉਹਦੀ ਆਂਟੀ ਨੇ ਉਹਦਾ ਖਿਆਲ ਰੱਖਿਆ। ਇੱਕ ਦਿਨ ਉਹ ਹਾਈਡੀ ਨੂੰ ਲੈ ਕੇ ਉਹਦੇ ਦਾਦਾ ਜੀ ਕੋਲ ਗਏ, ਜਿਹੜੇ ਪਹਾੜਾਂ ਵਿੱਚ ਰਹਿੰਦੇ ਸੀ। ਦਾਦਾ ਜੀ ਪੂਰਾ ਚਿੜਚਿੜੇ ਸੁਭਾਅ ਦੇ ਬਜ਼ੁਰਗ ਸੀ, ਜੋ ਇਕੱਲੇ ਇੱਕ ਛੋਟੇ ਜਿਹੇ ਝੋਪੜੇ ਵਿੱਚ ਰਹਿੰਦੇ ਸੀ। ਇਹ ਪਹਿਲੀ ਵਾਰੀ ਸੀ ਕਿ ਹਾਈਡੀ ਆਪਣੇ ਦਾਦੂ ਨੂੰ ਮਿਲ ਰਹੀ ਸੀ। ਕਿਸੇ ਦੂਜੇ ਸ਼ਹਿਰ ਵਿੱਚ ਨੌਕਰੀ ਮਿਲੀ ਹੈ, ਇਹ ਕਹਿ ਕੇ ਆਂਟੀ ਹਾਈਡੀ ਨੂੰ ਦਾਦੂ ਕੋਲ ਛੱਡ ਕੇ ਚਲੀ ਗਈ। ਦਾਦੂ, ਜਿਹੜੇ ਇੰਨੇ ਸਾਲਾਂ ਤੋਂ ਇਕੱਲੇ ਸੀ, ਖੁਸ਼ ਸੀ ਕਿ ਉਹਨਾਂ ਦੀ ਪੋਤੀ ਹੁਣ ਉਹਨਾਂ ਦੇ ਨਾਲ ਹੈ, ਪਰ ਆਪਣੀ ਖੁਸ਼ੀ ਹਾਈਡੀ ਨੂੰ ਨਹੀਂ ਵਿਖਾਈ। ਉਹਨਾਂ ਨੇ ਹਾਈਡੀ ਲਈ ਸਟੋਰ ਰੂਮ ਵਿੱਚ ਇੱਕ ਪਿਆਰਾ ਜਿਹਾ ਬੈੱਡ ਲਗਾਇਆ। ਹਾਈਡੀ ਨੂੰ ਦਾਦੂ ਬੜੇ ਪਸੰਦ ਆਏ। ਇੱਥੇ ਪਹਾੜਾਂ ਵਿੱਚ ਉਹਨੂੰ ਖੁਸ਼ੀਆਂ ਮਿਲਣ ਵਾਲੀਆਂ ਸੀ। ਸਵੇਰੇ ਉੱਠਦੇ ਹੀ ਦਾਦੂ ਨੇ ਉਹਨੂੰ ਆਪਣੇ ਵੱਡੇ ਸਾਰੇ ਡੌਗੀ ਜੋਸਫ ਨਾਲ ਮਿਲਵਾਇਆ। ਹਾਈਡੀ ਨੂੰ ਜੋਸਫ ਬੜਾ ਚੰਗਾ ਲੱਗਿਆ। ਇੱਕ ਦਿਨ ਪਹਾੜਾਂ ਵਿੱਚ ਘੁੰਮਦੇ ਹੋਏ ਉਹਨੂੰ ਪੀਟਰ ਮਿਲਿਆ। ਪੀਟਰ ਸੀ ਸ਼ੈਫਰਡ, ਜਿਹੜਾ ਆਪਣੀ ਬੱਕਰੀਆਂ ਨੂੰ ਘਾਹ ਚਰਾ ਰਿਹਾ ਸੀ। ਮੈਨੂੰ ਤੂੰ ਪਹਿਲੇ ਨਹੀਂ ਦਿਸੀ ਕਦੀ ਵੀ। ਹਾਂ, ਮੈਂ ਕੱਲ ਹੀ ਆਈ ਹਾਂ, ਹੁਣ ਦਾਦੂ ਦੇ ਨਾਲ ਰਹਾਂਗੀ। ਅਗਲੇ ਦਿਨਾਂ 'ਚ ਉਹ ਨਾਲ-ਨਾਲ ਪਹਾੜਾਂ ਵਿੱਚ ਘੁੰਮਣ ਫਿਰਨ ਲੱਗੇ। ਹਾਈਡੀ ਦੀ ਲਾਈਫ ਮਜ਼ੇਦਾਰ ਹੋ ਗਈ ਸੀ। ਉਹਨੂੰ ਪੀਟਰ ਬਹੁਤ ਪਿਆਰ ਕਰਦਾ ਸੀ। ਉਹਨੇ ਉਹਨੂੰ ਸ਼ੈਫਰਡ ਬਣਨਾ ਵੀ ਸਿਖਾਇਆ। ਪੂਰਾ ਦਿਨ ਪਹਾੜਾਂ ਵਿੱਚ ਦੌੜ ਭੱਜ ਕਰਕੇ ਹਾਈਡੀ ਖੁਸ਼ ਸੀ। ਪਰ ਉਹ ਦਾਦੂ ਦੇ ਘਰ ਦੇ ਕੰਮਾਂ ਵਿੱਚ ਵੀ ਹੱਥ ਬਟਾਉਂਦੀ ਸੀ। ਆਪਣੇ ਦਾਦੂ ਦੇ ਓਵਨ 'ਚ ਬ੍ਰੈਡ ਬੇਕ ਕਰਨਾ ਉਹਦਾ ਫੇਵਰਿਟ ਕੰਮ ਸੀ। ਉਹ ਬ੍ਰੈਡ ਬਣਾ ਕੇ ਪੀਟਰ ਦੀ ਦਾਦੀ ਨੂੰ ਦਿੰਦੀ ਸੀ ਤੇ ਬਦਲੇ ਵਿੱਚ ਪੀਟਰ ਦੀ ਦਾਦੀ ਉਹਨੂੰ ਬੱਕਰੀ ਦਾ ਤਾਜ਼ਾ ਦੁੱਧ ਪਿਲਾਉਂਦੀ ਸੀ। ਇੱਕ ਦਿਨ ਗਰਮੀ ਤੋਂ ਬਾਅਦ ਸਿਆਲਾਂ ਦਾ ਮੌਸਮ ਆ ਗਿਆ। ਪੀਟਰ ਦਾ ਸਕੂਲ ਜਾਣਾ ਸ਼ੁਰੂ ਹੋ ਗਿਆ ਤੇ ਹਾਈਡੀ ਕੱਲੀ ਪੈ ਗਈ। ਇੱਕ ਦਿਨ ਅਚਾਨਕ ਹਾਈਡੀ ਦੀ ਆਂਟੀ ਉਹਨੂੰ ਵਾਪਸ ਸ਼ਹਿਰ ਲੈ ਜਾਣ ਵਾਸਤੇ ਆਈ, ਉਹਨੂੰ ਘਰ ਵਿੱਚ ਪੜ੍ਹਾਉਣ ਤੇ ਕੰਮ ਕਰਾਉਣ ਵਾਸਤੇ। ਦਾਦੂ ਨੂੰ ਇਹ ਸੁਣ ਕੇ ਬੜਾ ਬੁਰਾ ਲੱਗਿਆ ਤੇ ਉਹ ਮੰਨੇ ਨਹੀਂ। ਪਰ ਜ਼ਰਾ ਸੋਚਣ ਤੇ ਉਹਨਾਂ ਨੂੰ ਲੱਗਿਆ ਕਿ ਹਾਈਡੀ ਦੇ ਵਾਸਤੇ ਇਹ ਹੀ ਚੰਗਾ ਰਹੇਗਾ ਕਿ ਉਹ ਸ਼ਹਿਰ ਜਾ ਕੇ ਪੜ੍ਹਾਈ ਲਿਖਾਈ ਕਰੇ। ਮੈਨੂੰ ਇੱਥੋਂ ਨਹੀਂ ਜਾਣਾ, ਮੈਨੂੰ ਦਾਦੂ ਦੇ ਕੋਲ ਹੀ ਰਹਿਣਾ ਹੈ। ਆਂਟੀ ਦੇ ਇਹ ਕਹਿਣ ਕਰਕੇ ਕਿ ਉਹ ਕੁਝ ਹੀ ਦਿਨਾਂ ਬਾਅਦ ਉਹਨੂੰ ਇੱਥੇ ਵਾਪਸ ਲੈ ਆਵੇਗੀ, ਹਾਈਡੀ ਮੰਨ ਗਈ। ਟ੍ਰੇਨ ਵਿੱਚ ਲੰਬਾ ਸਫ਼ਰ ਤੈਅ ਕਰਕੇ ਉਹ ਇੱਕ ਮਹਿਲ ਵਰਗੇ ਘਰ ਵਿੱਚ ਪਹੁੰਚੇ। ਇੰਨਾ ਵੱਡਾ ਘਰ, ਮੈਂ ਕਿ ਇਸ ਘਰ 'ਚ ਰਹਿਣ ਵਾਲੀ ਹਾਂ। ਹਾਈਡੀ ਘਰ ਦੀ ਪਿਆਰੀ ਕਲਾਰਾ ਨੂੰ ਮਿਲੀ। ਕਲਾਰਾ ਤੁਰ ਨਹੀਂ ਸਕਦੀ ਸੀ ਕਿਉਂਕਿ ਉਹਦਾ ਐਕਸੀਡੈਂਟ ਹੋਇਆ ਸੀ। ਆਂਟੀ ਹਾਈਡੀ ਨੂੰ ਇੱਥੇ ਲੈ ਕੇ ਆਈ ਸੀ ਤਾਂ ਕਿ ਕਲਾਰਾ ਨੂੰ ਇੱਕ ਦੋਸਤ ਮਿਲ ਜਾਵੇ। ਇਹ ਦੋਨੋਂ ਪਰੀਆਂ ਬਹੁਤ ਜਲਦੀ ਬੈਸਟ ਫਰੈਂਡਸ ਬਣ ਗਈਆਂ। ਹਾਈਡੀ ਦੇ ਢੰਗ ਵੱਖਰੇ ਸੀ ਤੇ ਕਲਾਰਾ ਉਹਦੀ ਗਲਤੀਆਂ ਦੇ ਖੂਬ ਮਜ਼ੇ ਲੈਂਦੀ ਸੀ। ਕਲਾਰਾ ਦੀ ਦਾਦੀ ਬੜੀ ਡਾਢੀ ਸੀ। ਕਲਾਰਾ ਦੀ ਦਾਦੀ ਹਾਈਡੀ ਨੂੰ ਬਹੁਤ ਕੁਝ ਸਿਖਾ ਰਹੀ ਸੀ, ਜਿਵੇਂ ਢੰਗ ਨਾਲ ਬੈਠਣਾ, ਉੱਠਣਾ ਤੇ ਕਾਂਟੇ ਛੁਰੀ ਨਾਲ ਖਾਣਾ ਖਾਣਾ। ਹੁਣ ਹਾਈਡੀ ਕੱਪੜੇ ਵੀ ਸ਼ਹਿਰ ਵਾਲਿਆਂ ਵਰਗੀ ਪਾਉਣ ਲੱਗ ਪਈ ਸੀ, ਪਰ ਉਹਦੇ ਵਿੱਚ ਆਰਾਮ ਨਹੀਂ ਮਿਲ ਰਿਹਾ ਸੀ ਉਹਨੂੰ। ਕਲਾਰਾ ਵੀ ਹਾਈਡੀ ਨੂੰ ਪੜ੍ਹਨਾ ਲਿਖਣਾ ਸਿਖਾ ਰਹੀ ਸੀ। ਹਾਈਡੀ ਨੂੰ ਕਲਾਰਾ ਦੇ ਨਾਲ ਰਹਿਣਾ ਚੰਗਾ ਤੇ ਲੱਗ ਰਿਹਾ ਸੀ, ਪਰ ਉਹਨੂੰ ਪਹਾੜਾਂ ਤੇ ਦਾਦੂ ਦੀ ਬਹੁਤ ਯਾਦ ਆਉਂਦੀ ਸੀ। ਐਨੀ ਯਾਦ ਕਿ ਉਹਨੂੰ ਖਾਣਾ ਵੀ ਨਹੀਂ ਚੰਗਾ ਲੱਗਦਾ ਸੀ। ਕਲਾਰਾ ਦੀ ਦਾਦੀ ਤੇ ਪਾਪਾ ਨੂੰ ਹਾਈਡੀ ਦੇ ਦੁੱਖ ਦਾ ਅਹਿਸਾਸ ਹੋਇਆ। ਉਹਨਾਂ ਨੇ ਫੈਸਲਾ ਕੀਤਾ ਉਹਨੂੰ ਵਾਪਸ ਉਹਦੇ ਦਾਦੂ ਕੋਲ ਭੇਜਣ ਦਾ। ਕਲਾਰਾ ਉਦਾਸ ਹੋ ਗਈ ਕਿਉਂਕਿ ਹਾਈਡੀ ਜਾਣ ਵਾਲੀ ਸੀ। ਪਿਆਰ ਉਹਨੂੰ ਕਹਿੰਦੇ ਨੇ ਜਦੋਂ ਤੁਸੀਂ ਕਿਸੇ ਦੀ ਖੁਸ਼ੀ ਚਾਹੁੰਦੇ ਹੋ, ਕਿਸੇ ਵੀ ਕੀਮਤ ਤੇ ਵਕਤ ਆ ਗਿਆ ਗੁੱਡ ਬਾਏ ਕਹਿਣ ਦਾ। ਹਾਈਡੀ ਦੀ ਆਂਟੀ ਨੇ ਕਿਹਾ ਕਿ ਕਲਾਰਾ ਉਹਨੂੰ ਮਿਲਣ ਅਗਲੇ ਸਾਲ ਪਹਾੜਾਂ ਵਿੱਚ ਆਵੇਗੀ। ਪਹਾੜਾਂ ਵਿੱਚ ਆਂਦੇ ਹੀ ਜਿਵੇਂ ਉਹਨੂੰ ਜ਼ਿੰਦਗੀ ਵਾਪਸ ਮਿਲ ਗਈ।
ਉਹ ਰਸਤੇ ਵਿੱਚ ਪੀਟਰ ਦੇ ਘਰ ਗਈ ਤੇ ਉਹਦੀ ਦਾਦੀ ਨੂੰ ਕਲਾਰਾ ਦਾ ਦਿੱਤਾ ਹੋਇਆ ਬ੍ਰੈਡ ਦਿੱਤਾ। ਆਪਣਾ ਸ਼ਹਿਰ ਵਾਲਾ ਡਰੈਸ ਉੱਥੇ ਛੱਡ ਕੇ ਉਹ ਭੱਜ ਕੇ ਦਾਦੂ ਨੂੰ ਮਿਲਣ ਗਈ ਤੇ ਉਹਨਾਂ ਨੂੰ ਹੁੱਟ ਕੇ ਜੱਫੇ ਪਾ ਲਏ। ਹਾਈਡੀ ਦੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ ਜਦੋਂ ਉਹਨੂੰ ਇੱਕ ਚਿੱਠੀ ਮਿਲੀ ਕਿ ਕਲਾਰਾ ਉਹਨੂੰ ਮਿਲਣ ਆ ਰਹੀ ਹੈ। ਕਲਾਰਾ ਨੂੰ ਪਹਾੜ ਤੇ ਪੀਟਰ ਦੋਨੋਂ ਪਸੰਦ ਆਏ, ਪਰ ਪੀਟਰ ਜਰਾ ਅਨਮਨਾ ਜਿਹਾ ਸੀ ਕਿਉਂਕਿ ਉਹਨੂੰ ਲੱਗ ਰਿਹਾ ਸੀ ਕਿ ਕਲਾਰਾ ਹਾਈਡੀ ਨੂੰ ਆਪਣੇ ਨਾਲ ਫੇਰ ਸ਼ਹਿਰ ਲੈ ਜਾਵੇਗੀ। ਇਹ ਤਿੰਨੋਂ ਮਿਲ ਕੇ ਬਹੁਤ ਮौज ਮਸਤੀ ਕਰ ਰਹੇ ਸੀ। ਪਹਾੜਾਂ ਦੀ ਤਾਜ਼ੀ ਹਵਾ, ਫਲ, ਸਬਜ਼ੀ ਕਲਾਰਾ ਦੀ ਸਿਹਤ ਵਾਸਤੇ ਬਹੁਤ ਚੰਗੇ ਸੀ। ਪਰ ਪੀਟਰ ਨੂੰ ਕਲਾਰਾ ਨਾਲ ਜਲਨ ਹੋਣ ਲੱਗੀ ਕਿਉਂਕਿ ਉਹ ਹਾਈਡੀ ਦੀ ਬੈਸਟ ਫਰੈਂਡ ਸੀ। ਪੀਟਰ ਨੂੰ ਕਲਾਰਾ ਨੂੰ ਵੀਲਚੇਅਰ ਤੇ ਬਿਠਾਣਾ ਤੇ ਘੁਮਾਣਾ ਵੀ ਨਹੀਂ ਪਸੰਦ ਸੀ। ਇੱਕ ਦਿਨ ਉਹਨੇ ਕਲਾਰਾ ਦੀ ਵੀਲਚੇਅਰ ਨੂੰ ਪਹਾੜ ਤੋਂ ਥੱਲੇ ਸੁੱਟ ਦਿੱਤਾ। ਉਹਨੂੰ ਲੱਗਿਆ ਕਿ ਸਾਰੀਆਂ ਪ੍ਰੋਬਲਮਸ ਸੋਲਵ ਹੋ ਜਾਣਗੀਆਂ। ਤਾਜ਼ੀ ਹਵਾ ਦੇ ਸਹਾਰੇ ਤੇ ਬਿਨਾਂ ਵੀਲਚੇਅਰ ਤੋਂ ਕਲਾਰਾ ਵਿੱਚ ਕਾਫੀ ਤਾਕਤ ਆ ਗਈ ਤੇ ਉਹ ਹਾਈਡੀ ਨਾਲ ਹੌਲੀ-ਹੌਲੀ ਤੁਰਨ ਲੱਗ ਪਈ ਤੇ ਫੇਰ ਆਪੇ ਬਿਨਾਂ ਕਿਸੇ ਸਹਾਰੇ ਤੁਰਨ ਲੱਗ ਪਈ। ਮੈਂ ਤੁਰ ਰਹੀ ਹਾਂ ਹਾਈਡੀ, ਇਹ ਸਭ ਤੇਰੀ ਵਜ੍ਹਾ ਨਾਲ। ਇੱਕ ਦਿਨ ਕਲਾਰਾ ਦੀ ਦਾਦੀ ਤੇ ਪਾਪਾ ਉੱਥੇ ਆਏ ਤੇ ਚੌਂਕ ਗਏ ਉਹਨੂੰ ਤੁਰਦੇ ਹੋਏ ਵੇਖ। ਉਹਨਾਂ ਨੇ ਦਾਦੂ ਤੇ ਹਾਈਡੀ ਨੂੰ ਜੀ ਭਰ ਕੇ ਥੈਂਕ ਯੂ ਕਿਹਾ। ਉਸੇ ਵੇਲੇ ਪੀਟਰ ਨੂੰ ਆਪਣੇ ਕਿੱਤੇ ਤੇ ਪਛਤਾਵਾ ਹੋਇਆ। ਉਹਨੇ ਕਲਾਰਾ ਦੀ ਵੀਲਚੇਅਰ ਨੂੰ ਸੁੱਟਣਾ ਕਬੂਲ ਕੀਤਾ। ਮੈਂ ਤੁਹਾਡੇ ਸਾਰਿਆਂ ਨਾਲ ਮਾਫੀ ਚਾਹੁੰਦਾ, ਬਹੁਤ ਗਲਤ ਕੀਤਾ ਮੈਂ। ਮਾਫ ਤਾਂ ਕਰਾਂਗੇ ਹੀ, ਹੈ ਨਾ ਕਲਾਰਾ? ਭਲੇ ਹੀ ਤੂੰ ਗਲਤ ਕੀਤਾ, ਪਰ ਉਹਦਾ ਤੁਰਨਾ ਸਭ ਤੋਂ ਬੜੀ ਖੁਸ਼ੀ ਹੈ। ਸਭ ਖੁਸ਼ੀ ਨਾਲ ਹੱਸ ਪਏ। ਕਲਾਰਾ ਤੇ ਉਸਦੇ ਪਰਿਵਾਰ ਨੇ ਅਗਲੇ ਸਾਲ ਫੇਰ ਆਉਣ ਦਾ ਵਾਅਦਾ ਕੀਤਾ ਤੇ ਉਹ ਸਾਰੇ ਨਾਲ-ਨਾਲ ਹਮੇਸ਼ਾ ਖੁਸ਼ ਰਹੇ। ਕਈ ਸਾਲ ਪਹਿਲਾਂ ਇੱਕ ਕਿੰਗਡਮ ਹੋਇਆ ਕਰਦਾ ਸੀ, ਖੁਸ਼ੀਆਂ ਨਾਲ ਭਰਿਆ ਹੋਇਆ ਇੱਕ ਕਿੰਗਡਮ। ਇਸ ਕਿੰਗਡਮ ਦੇ ਕਿੰਗ ਅਤੇ ਕੁਈਨ ਦੀ ਬਸ ਇੱਕੋ ਇੱਛਾ ਸੀ ਕਿ ਉਹਨਾਂ ਦਾ ਇੱਕ ਜਵਾਕ ਹੋਵੇ। ਕਿੰਗ ਅਤੇ ਕੁਈਨ ਦੋਨੋਂ ਬੜੇ ਦਿਆਲੂ ਸੀ, ਤਾਈਓ ਤਾਂ ਉਹਨਾਂ ਨੂੰ ਭਰੋਸਾ ਸੀ ਕਿ ਉਹਨਾਂ ਦੀ ਇਹ ਇੱਛਾ ਰੱਬ ਜ਼ਰੂਰ ਪੂਰੀ ਕਰੇਗਾ ਅਤੇ ਬਹੁਤ ਛੇਤੀ ਉਹਨਾਂ ਦੀ ਇਹ ਇੱਛਾ ਪੂਰੀ ਹੋ ਗਈ। ਉਹਨਾਂ ਦੀ ਜ਼ਿੰਦਗੀ ਵਿੱਚ ਆਈ ਇੱਕ ਪਿਆਰੀ ਧੀ। ਕੁੜੀ ਦੇ ਚਿਹਰੇ ਤੇ ਸੂਰਜ ਦੀ ਰੋਸ਼ਨੀ ਵਰਗੀ ਚਮਕ ਸੀ, ਇਸ ਕਰਕੇ ਉਹਨਾਂ ਨੇ ਉਹਦਾ ਨਾਮ ਰੱਖਿਆ ਪ੍ਰਿੰਸੈਸ ਅਰੋਰਾ, ਯਾਨੀ ਰੋਸ਼ਨੀ। ਆਪਣੀ ਖੁਸ਼ੀ ਸਾਰਿਆਂ ਨਾਲ ਵੰਡਣ ਲਈ ਉਹਨਾਂ ਨੇ ਇੱਕ ਪਾਰਟੀ ਰੱਖੀ। ਪਾਰਟੀ ਵਿੱਚ ਸਭ ਨੂੰ ਸੱਦਿਆ ਗਿਆ, ਸੁਨਹਿਰੇ ਜੰਗਲ ਵਿੱਚ ਰਹਿਣ ਵਾਲੀ ਪਰੀਆਂ ਨੂੰ ਵੀ। ਕਿੰਗ ਅਤੇ ਕੁਈਨ ਤੋਂ ਇੱਕ ਗਲਤੀ ਹੋ ਗਈ, ਉਹ ਇੱਕ ਪਰੀ ਨੂੰ ਸੱਦਣਾ ਭੁੱਲ ਗਏ। ਪੂਰੇ ਕਿੰਗਡਮ ਤੋਂ ਲੋਕੀ ਆਏ ਅਤੇ ਆਲੇ ਦੁਆਲੇ ਦੇ ਕਿੰਗਡਮ ਦੇ ਕਿੰਗਸ ਤੇ ਕੁਈਨਸ ਵੀ ਅਰੋਰਾ ਨੂੰ ਆਪਣੀ ਬਲੇਸਿੰਗਸ ਤੇ ਗਿਫਟਸ ਦੇ ਕੇ ਗਏ। ਅਤੇ ਫੇਰ ਬਾਰੀ ਆਈ 12 ਪਰੀਆਂ ਦੀ। ਉਹਨਾਂ ਨੇ ਅਰੋਰਾ ਨੂੰ ਬਹੁਤ ਐਕਸਕਲੂਸਿਵ ਗਿਫਟਸ ਦਿੱਤੇ। ਆਪਣੇ ਮੈਜਿਕ ਵਾਂਡ ਨਾਲ ਉਹਨਾਂ ਨੇ ਉਹਨੂੰ ਹਰ ਵਿਸ਼ ਪੂਰੀ ਹੋਣ ਦਾ ਗਿਫਟ ਦਿੱਤਾ। ਅਖੀਰ ਵਿੱਚ ਸਿਰਫ 3 ਪਰੀਆਂ ਬਚੀਆਂ। ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਹਮੇਸ਼ਾ ਤੈਨੂੰ ਮਿਲਣ। ਤੂੰ ਹਮੇਸ਼ਾ ਹੀ ਖੁਸ਼ ਰਹੇਂਗੀ, ਗਮ ਤੇਰੇ ਨੇੜੇ ਤੇੜੇ ਵੀ ਨਹੀਂ ਆਵੇਗਾ। ਜਿਵੇਂ ਹੀ ਆਖਰੀ ਪਰੀ ਦੀ ਬਾਰੀ ਆਈ, ਕੁਝ ਅਜੀਬ ਹੋਇਆ। ਹਰ ਪਾਸੇ ਹਰੇ ਰੰਗ ਦਾ ਧੂਆਂ ਫੈਲਣ ਲੱਗਿਆ। ਅਤੇ ਧੂਏ ਵਿੱਚੋਂ ਨਿਕਲੀ ਇੱਕ ਕਾਲੀ ਪਰੀ। ਕਿੰਗ ਨੇ ਪੁੱਛਿਆ,
ਇਹ ਕੌਣ ਹੈ ਜਿਨੇ ਸੈਲੀਬ੍ਰੇਸ਼ਨ ਨੂੰ ਰੋਕ ਦਿੱਤਾ? ਤਿੰਨਾਂ ਪਰੀਆਂ ਨੇ ਦੱਸਿਆ ਇਹ ਡਾਢੇ ਦਿਲ ਵਾਲੀ ਪਰੀ ਹੈ। ਮਹਾਰਾਜ, ਤੁਸੀਂ ਤਾਂ ਸਾਰਿਆਂ ਨੂੰ ਬੁਲਾਇਆ ਸੀ ਪਾਰਟੀ ਵਿੱਚ, ਇਸ ਕਿੰਗਡਮ ਦੇ ਇੱਕ ਬੰਦੇ ਨੂੰ ਤੇ ਬਾਹਰੋਂ ਆਪਣੇ ਦੋਸਤਾਂ ਨੂੰ ਤੇ ਇਹਨਾਂ ਪਰੀਆਂ ਨੂੰ ਵੀ, ਪਰ ਮੈਨੂੰ ਨਹੀਂ ਬੁਲਾਇਆ। ਕਿੰਗ ਨੇ ਕਾਲੀ ਪਰੀ ਤੋਂ ਮਾਫੀ ਮੰਗੀ। ਖੈਰ, ਮੈਂ ਆ ਹੀ ਗਈ ਹਾਂ ਤਾਂ ਪ੍ਰਿੰਸੈਸ ਨੂੰ ਗਿਫਟ ਦਿੱਤੇ ਬਿਨਾ ਕਿਵੇਂ ਜਾਵਾਂਗੀ? ਪ੍ਰਿੰਸੈਸ ਦੀ ਜ਼ਿੰਦਗੀ ਪਿਆਰ ਅਤੇ ਦੌਲਤ ਨਾਲ ਭਰਪੂਰ ਹੋਵੇਗੀ। ਪਰ ਆਪਣੇ 16ਵੇਂ ਜਨਮ ਦਿਨ ਤੇ ਸੂਰਜ ਡੁੱਬਣ ਤੋਂ ਪਹਿਲਾਂ ਪ੍ਰਿੰਸੈਸ ਨੂੰ ਇੱਕ ਸੂਈ ਚੁੱਭੇਗੀ ਅਤੇ ਉਹਦੀ ਮੌਤ ਹੋ ਜਾਵੇਗੀ। ਇਸ ਦੁਸ਼ਟ ਨੂੰ ਕੈਦ ਕਰ ਲਿਓ। ਕਿੰਗ ਗੁੱਸੇ ਨਾਲ ਬੋਲਿਆ, ਪਰ ਕਾਲੀ ਪਰੀ ਹੱਸਦੇ ਹੋਏ ਗਾਇਬ ਹੋ ਗਈ। ਹਲੇ ਤੱਕ ਆਖਰੀ ਪਰੀ ਨੇ ਆਪਣਾ ਗਿਫਟ ਨਹੀਂ ਦਿੱਤਾ ਸੀ। ਉਹ ਕਾਲੀ ਪਰੀ ਜਿੰਨੀ ਪਾਵਰਫੁਲ ਨਹੀਂ ਸੀ, ਪਰ ਉਹਦੀ ਬਲੇਸਿੰਗਸ ਨਾਲ ਕਾਲੀ ਪਰੀ ਦੇ ਸ਼ਰਾਪ ਦਾ ਅਸਰ ਘੱਟ ਹੋ ਸਕਦਾ ਸੀ। ਮੈਂ ਸ਼ਰਾਪ ਨੂੰ ਤਾਂ ਨਹੀਂ ਰੋਕ ਸਕਦੀ, ਪਰ ਉਹਦੇ ਅਸਰ ਨੂੰ ਹੌਲਾ ਕਰ ਸਕਦੀ ਹਾਂ। ਤੁਹਾਡੀ ਮੌਤ ਨਾ ਹੋਵੇ, ਬਲਕਿ ਤੁਸੀਂ ਇੱਕ ਡੂੰਘੀ ਨੀਂਦ ਵਿੱਚ ਚਲੀ ਜਾਵੋ ਅਤੇ ਉਦੋਂ ਉਠੋ ਜਦੋਂ ਤੁਹਾਨੂੰ ਪਿਆਰ ਕਰਨ ਵਾਲਾ ਤੁਹਾਨੂੰ ਕਿਸ ਕਰੇ। ਕਿੰਗ ਨੇ ਇਸ ਸ਼ਰਾਪ ਤੋਂ ਬਚਣ ਵਾਸਤੇ ਹੁਕਮ ਦਿੱਤਾ ਕਿ ਸੂਈ ਜਾਂ ਉਹਦੇ ਵਰਗੀ ਕੋਈ ਵੀ ਚੀਜ਼ ਨੂੰ ਖਤਮ ਕਰ ਦਿੱਤਾ ਜਾਵੇ। ਪਰੀਆਂ ਦੇ ਗਿਫਟਸ ਦੇ ਨਾਲ ਪ੍ਰਿੰਸੈਸ ਅਰੋਰਾ ਬੜੀ ਖੂਬਸੂਰਤੀ ਨਾਲ ਵੱਡੀ ਹੋ ਰਹੀ ਸੀ। ਇੱਕ ਦਿਨ ਕਿੰਗ ਨੇ ਹੁਕਮ ਦਿੱਤਾ ਤਿੰਨਾਂ ਪਰੀਆਂ ਨੂੰ ਅਰੋਰਾ ਦਾ ਖਿਆਲ ਰੱਖਣ ਵਾਸਤੇ। ਇਹ ਜ਼ਰਾ ਮੁਸ਼ਕਿਲ ਹੋ ਗਿਆ ਸੀ ਕਿਉਂਕਿ ਅਰੋਰਾ ਕਿਸੇ ਦੇ ਵੀ ਹੱਥੀ ਨਹੀਂ ਆਂਦੀ ਸੀ, ਪਰ ਉਹਨਾਂ ਦੀ ਮਦਦ ਨਾਲ ਅਰੋਰਾ ਬਹੁਤ ਸੋਹਣੀ ਮੁਟਿਆਰ ਬਣ ਚਲੀ। ਵੇਖਦੇ ਹੀ ਵੇਖਦੇ ਅਰੋਰਾ ਦਾ 16ਵਾਂ ਜਨਮ ਦਿਨ ਵੀ ਆ ਗਿਆ। ਸੂਰਜ ਦੇ ਡੁੱਬਦੇ ਹੀ ਕਾਲੀ ਪਰੀ ਦਾ ਸ਼ਰਾਪ ਸੱਚ ਹੋਣ ਵਾਲਾ ਸੀ। ਕਿੰਗ ਅਤੇ ਕੁਈਨ ਨੇ ਸਭ ਕੁਝ ਕੀਤਾ ਤਾਂ ਕਿ ਇਹ ਨਾ ਹੋਵੇ, ਪਰ ਉਹਨਾਂ ਦੇ ਬਸ ਵਿੱਚ ਸਭ ਕੁਝ ਕਿੱਥੇ ਸੀ? ਉਹਨਾਂ ਨੇ ਪ੍ਰਿੰਸੈਸ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਉਹਦੀ ਭਲਾਈ ਵਾਸਤੇ। ਅਰੋਰਾ ਨੂੰ ਇਹਦੀ ਵਜ੍ਹਾ ਨਹੀਂ ਪਤਾ ਸੀ ਅਤੇ ਉਹਨੂੰ ਬੁਰਾ ਲੱਗਿਆ। ਅਚਾਨਕ ਇੱਕ ਬੂਹਾ ਕਿਤੋਂ ਪ੍ਰਗਟ ਹੋਇਆ ਅਤੇ ਅਰੋਰਾ ਨੂੰ ਆਪਣੇ ਵੱਲ ਖਿੱਚ ਕੇ ਲੈ ਗਿਆ। ਬੂਹਾ ਖੁੱਲਿਆ ਅਤੇ ਉਹ ਆਪਣੀ ਧੁਨ ਵਿੱਚ ਉਹਦੇ ਅੰਦਰ ਨੂੰ ਤੁਰਨ ਲੱਗੀ ਅਤੇ ਉਹਨੂੰ ਦਿਸੀ ਇੱਕ ਜਨਾਨੀ ਸਿਲਾਈ ਕਰਦੀ ਹੋਈ। ਉਸੇ ਧੁਨ ਵਿੱਚ ਅਰੋਰਾ ਨੇ ਸੂਈ ਵੱਲ ਆਪਣਾ ਹੱਥ ਵਧਾਇਆ। ਸੂਰਜ ਤੇ ਡੁੱਬਦੇ ਹੀ ਕਾਲੀ ਪਰੀ ਦਾ ਸ਼ਰਾਪ ਸੱਚ ਹੋਇਆ ਅਤੇ ਅਰੋਰਾ ਦਾ ਹੱਥ ਸੂਈ ਤੇ ਜਾ ਖੁੱਭਿਆ। ਉਸੇ ਵੇਲੇ ਅਰੋਰਾ ਥੱਲੇ ਡਿੱਗ ਪਈ ਆਪਣੀ ਡੂੰਗੀ ਮਿੱਠੀ ਨੀਂਦ ਵਿੱਚ। ਕਾਲੀ ਪਰੀ ਦਾ ਸ਼ਰਾਪ ਲੱਖ ਕੋਸ਼ਿਸ਼ਾਂ ਤੋਂ ਬਾਅਦ ਵੀ ਅਖੀਰਕਾਰ ਚੱਲ ਹੀ ਗਿਆ। ਪ੍ਰਿੰਸੈਸ ਨੂੰ ਸੋਹਣੇ ਕੱਪੜੇ ਪਾ ਕੇ ਫੁੱਲਾਂ ਦੇ ਬਿਸਤਰੇ ਤੇ ਸੁਲਾਇਆ ਗਿਆ। ਉਸ ਦਿਨ ਤੋਂ ਹੀ ਅਰੋਰਾ ਨੂੰ ਸਲੀਪਿੰਗ ਬਿਊਟੀ ਕਿਹਾ ਜਾਣ ਲੱਗ ਪਿਆ। ਕਿੰਗ ਤੇ ਕੁਈਨ ਨਹੀਂ ਚਾਹੁੰਦੇ ਸੀ ਕਿ ਪ੍ਰਿੰਸੈਸ ਨੂੰ ਕੋਈ ਵੀ ਤਕਲੀਫ ਵਿੱਚੋਂ ਲੰਘੇ। ਇਸ ਕਰਕੇ ਉਹਨਾਂ ਨੇ ਸਭ ਨੂੰ ਸੁਲਾਉਣ ਦਾ ਹੁਕਮ ਦਿੱਤਾ ਜਦ ਤੱਕ ਪ੍ਰਿੰਸੈਸ ਨਾ ਜਾਗੇ। ਸੌ ਸਾਲ ਲੰਘ ਗਏ। ਇੱਕ ਦਿਨ ਇੱਕ ਹੈਂਡਸਮ ਪ੍ਰਿੰਸ ਉੱਥੋਂ ਲੰਘ ਰਿਹਾ ਸੀ ਅਤੇ ਉਹਨੇ ਇਹ ਮਹਿਲ ਵੇਖਿਆ।
ਜਿਸ ਦੇ ਮੂਹਰੇ ਬਹੁਤ ਸਾਰੇ ਪੇੜ ਤੇ ਝਾੜੀਆਂ ਉੱਗ ਗਈਆਂ ਸੀ। ਸਿਪਾਹੀਆਂ ਨੇ ਉਹਨੂੰ ਇਸ ਮਹਿਲ ਅਤੇ ਸਲੀਪਿੰਗ ਬਿਊਟੀ ਦੀ ਕਹਾਣੀ ਦੱਸੀ। ਪ੍ਰਿੰਸ ਨੂੰ ਇਹ ਕਹਾਣੀ ਬੜੀ ਦਿਲਚਸਪ ਲੱਗੀ ਅਤੇ ਉਹਨੇ ਅੰਦਰ ਜਾਣ ਦਾ ਫੈਸਲਾ ਕੀਤਾ। ਝਾੜੀਆਂ ਤੇ ਕੰਡੇ ਇੰਨੇ ਜ਼ਿਆਦਾ ਸੀ ਕਿ ਪ੍ਰਿੰਸ ਨੂੰ ਉਹਨਾਂ ਨੂੰ ਕੱਟ-ਕੱਟ ਕੇ ਰਸਤਾ ਬਣਾ ਕੇ ਅੱਗੇ ਵਧਣਾ ਪਿਆ। ਅਖੀਰ ਵਿੱਚ ਉਹ ਬੂਹੇ ਤੇ ਪਹੁੰਚ ਗਿਆ। ਉਹਨੂੰ 2 ਗਾਰਡ ਸੁੱਤੇ ਹੋਏ ਮਿਲੇ। ਬੂਹਾ ਖੁੱਲ੍ਹਦੇ ਹੀ ਅੰਦਰ ਵੇਖ ਕੇ ਉਹਦੇ ਹੋਸ਼ ਉੱਡ ਗਏ। ਹਰ ਥਾਂ ਤੇ ਸੁੱਤੇ ਹੋਏ ਲੋਕ। ਘੁੰਮਦੇ ਫਿਰਦੇ ਉਹ ਰਾਜਾ ਦੇ ਕਮਰੇ ਵਿੱਚ ਪਹੁੰਚ ਗਿਆ। ਕਿੰਗ ਤੇ ਕੁਈਨ ਵੀ ਆਪਣੇ ਸੋਫੇ ਉੱਤੇ ਸੁੱਤੇ ਪਏ ਸੀ। ਫਿਰ ਇੱਕ ਅੱਧੇ ਖੁੱਲੇ ਬੂਹੇ ਦੇ ਅੰਦਰ ਉਹਨੂੰ ਉਹ ਦਿਸੀ ਜਿਸ ਨੂੰ ਉਹ ਲੱਭ ਰਿਹਾ ਸੀ, ਸਲੀਪਿੰਗ ਬਿਊਟੀ, ਜਿਹੜੀ ਇੱਕ ਫੁੱਲਾਂ ਦੇ ਬਿਸਤਰ ਉੱਤੇ ਡੂੰਗੀ ਮਿੱਠੀ ਨੀਂਦ ਲੈ ਰਹੀ ਸੀ। ਪ੍ਰਿੰਸ ਉਹਦੇ ਕੋਲ ਜਾ ਕੇ ਬਹਿ ਗਿਆ ਅਤੇ ਉਹਨੇ ਪ੍ਰਿੰਸੈਸ ਦੇ ਕੰਨਾਂ ਵਿੱਚ ਕਿਹਾ, ਤੇ ਤੁਸੀਂ ਹੋ ਉਹ ਸਲੀਪਿੰਗ ਬਿਊਟੀ? ਕਿੰਨੀ ਬਿਊਟੀਫੁਲ ਹੋ ਤੁਸੀਂ। ਅਤੇ ਉਹਨੇ ਉਹਨੂੰ ਮੱਥੇ ਉੱਤੇ ਕਿਸ ਕੀਤਾ ਅਤੇ ਉਸੇ ਵੇਲੇ ਪ੍ਰਿੰਸੈਸ ਨੇ ਅੱਖਾਂ ਖੋਲੀਆਂ ਅਤੇ ਆਪਣੇ ਸਾਹਮਣੇ ਇੱਕ ਹੈਂਡਸਮ ਪ੍ਰਿੰਸ ਨੂੰ ਵੇਖਿਆ। ਉਹਦੇ ਜਾਗਦੇ ਹੀ ਕੈਸਲ ਵਿੱਚ ਸਾਰੇ ਹੀ ਜਾਗ ਗਏ ਆਪਣੀ 100 ਸਾਲ ਲੰਬੀ ਨੀਂਦ ਵਿੱਚੋਂ। ਕਿੰਗ ਤੇ ਕੁਈਨ ਨੂੰ ਭਰੋਸਾ ਨਹੀਂ ਹੋਇਆ। ਉਹ ਭੱਜ ਕੇ ਪ੍ਰਿੰਸੈਸ ਦੇ ਰੂਮ ਵਿੱਚ ਗਏ। ਜਦੋਂ ਉਹਨਾਂ ਨੂੰ ਆਪਣੀ ਧੀ ਸਾਹਮਣੇ ਦਿਸੀ, ਉਹਨਾਂ ਦੀ ਖੁਸ਼ੀਆਂ ਦਾ ਠਿਕਾਣਾ ਨਹੀਂ ਰਿਹਾ। ਪ੍ਰਿੰਸ ਨੇ ਪ੍ਰਿੰਸੈਸ ਨਾਲ ਵਿਆਹ ਕਰਨ ਦਾ ਪ੍ਰਸਤਾਵ ਰੱਖਿਆ। ਪ੍ਰਿੰਸੈਸ ਖੁਸ਼ੀ-ਖੁਸ਼ੀ ਰਾਜ਼ੀ ਹੋ ਗਈ। ਕਿੰਗ ਵੀ ਇਸ ਗੱਲ ਤੋਂ ਬਹੁਤ ਖੁਸ਼ ਸੀ। ਬਹੁਤ ਹੀ ਧੂਮ-ਧਾਮ ਨਾਲ ਉਹਨਾਂ ਦਾ ਵਿਆਹ ਹੋਇਆ ਅਤੇ ਉਹ ਹਮੇਸ਼ਾ ਇੱਕ ਦੂਜੇ ਨਾਲ ਖੁਸ਼ ਰਹੇ। ਬਹੁਤ ਪਹਿਲਾਂ ਇੱਥੋਂ ਬਹੁਤ ਦੂਰ ਇੱਕ ਬਹੁਤ ਸ਼ਾਨਦਾਰ ਕੈਸਲ ਹੋਇਆ ਕਰਦੀ ਸੀ। ਐਸੇ ਕੈਸਲ ਵਿੱਚ ਇੱਕ ਬਹੁਤ ਸੋਹਣੀ ਰਾਣੀ ਰਹਿੰਦੀ ਸੀ। ਰਾਣੀ ਦੀ ਬਸ ਇੱਕੋ ਇੱਛਾ ਸੀ ਅਤੇ ਉਹ ਇਹ ਸੀ ਕਿ ਉਹਨਾਂ ਦੀ ਇੱਕ ਧੀ ਹੋਵੇ। ਸਿਆਲਾਂ ਦਾ ਮੌਸਮ ਸੀ। ਰਾਣੀ ਬਾਰੀ ਕੋਲ ਬੈਠੀ ਕੱਪੜੇ ਸੀ ਰਹੀ ਸੀ। ਉਸੇ ਵੇਲੇ ਉਹਨੂੰ ਸੂਈ ਚੁੱਭ ਗਈ। ਉਹਨੇ ਕਪਾਹ ਨਾਲ ਆਪਣਾ ਲਹੂ ਪੂੰਝਦੇ ਹੋਏ ਇੱਕ ਵਿਸ਼ ਮੰਗੀ। ਮੇਰੀ ਵਿਸ਼ ਹੈ ਮੇਰੀ ਇੱਕ ਧੀ ਹੋਵੇ ਜਿਸ ਦਾ ਰੰਗ ਬਰਫ਼ ਵਰਗਾ ਚਿੱਟਾ ਹੋਵੇ, ਜਿਸ ਦੀਆਂ ਅੱਖਾਂ ਤਾਰਿਆਂ ਵਾਂਗਣ ਚਮਕਣ ਅਤੇ ਬੁੱਲੀਆਂ ਚੈਰੀ ਵਰਗੀਆਂ ਹੋਣ ਅਤੇ ਉਹਦਾ ਦਿਲ ਖੁਸ਼ੀਆਂ ਨਾਲ ਭਰਿਆ ਹੋਵੇ। ਅਤੇ ਇੱਕ ਦਿਨ ਉਹਦੀ ਵਿਸ਼ ਪੂਰੀ ਹੋ ਗਈ। ਉਹਨਾਂ ਦੇ ਘਰ ਇੱਕ ਪਿਆਰੀ ਜਿਹੀ ਧੀ ਹੋਈ। ਉਹਨਾਂ ਨੇ ਉਹਦਾ ਨਾਮ ਰੱਖਿਆ ਸਨੋ ਵਾਈਟ। ਸਾਲ ਏਦਾਂ ਹੀ ਬੀਤਦੇ ਰਹੇ ਪਰ ਉਹਨਾਂ ਦੀ ਖੁਸ਼ੀ ਜ਼ਿਆਦਾ ਦੇਰ ਨਹੀਂ ਟਿਕੀ। ਦਇਆਲੂ ਕੁਈਨ ਬਿਮਾਰ ਹੋਈ ਅਤੇ ਚੱਲ ਬਸੀ। ਰਾਜਾ ਦੀ ਉਮਰ ਹੋ ਚੱਲੀ ਸੀ ਅਤੇ ਉਹ ਕਮਜ਼ੋਰ ਹੋਣ ਲੱਗਾ ਸੀ। ਇਸ ਕਰਕੇ ਉਹਨੇ ਦੂਜਾ ਵਿਆਹ ਕਰ ਲਿੱਤਾ। ਇਹ ਰਾਣੀ ਚਿਹਰੇ ਦੀ ਤਾਂ ਖੂਬਸੂਰਤ ਸੀ ਪਰ ਦਿਲ ਦੀ ਨਹੀਂ। ਇਹ ਬਹੁਤ ਹੀ ਘਮੰਡੀ ਜਨਾਨੀ ਸੀ। ਹਰ ਰੋਜ਼ ਰਾਣੀ ਆਪਣੇ ਮੈਜਿਕ ਮਿਰਰ ਵਿੱਚ ਦੇਖਦੀ ਸੀ ਤੇ ਇਹੀ ਸਵਾਲ ਪੁੱਛਦੀ ਸੀ, ਮਿਰਰ ਮੇਰੇ ਐ ਤਾਂ ਦੱਸ ਕੌਣ ਹੈ ਸਭ ਤੋਂ ਸੋਹਣਾ ਇੱਥੇ? ਅਤੇ ਉਹ ਮਿਰਰ ਜਵਾਬ ਦਿੰਦਾ, ਹੋਰ ਕੌਣ ਹੋਵੇਗਾ ਭਲਾ ਤੁਹਾਡੇ ਤੋਂ ਸੋਹਣਾ ਇੱਥੇ? ਰਾਣੀ ਇਹ ਜਵਾਬ ਸੁਣ ਕੇ ਬਹੁਤ ਖੁਸ਼ ਹੁੰਦੀ ਸੀ। ਇਸ ਭੈੜੀ ਰਾਣੀ ਦੇ ਆਂਦੇ ਹੀ ਕੈਸਲ ਵਿੱਚ ਸਭ ਕੁਝ ਬਦਲਣ ਲੱਗ ਪਿਆ। ਉਹਦੀਆਂ ਕਰਤੂਤਾਂ ਕਰਕੇ ਕਿੰਗਡਮ ਨੂੰ ਬਹੁਤ ਨੁਕਸਾਨ ਹੋਇਆ। ਉਹੀ ਪਰੇਸ਼ਾਨੀਆਂ ਨੂੰ ਠੀਕ ਕਰਨ ਵਾਸਤੇ ਰਾਜਾ ਨੂੰ ਕੈਸਲ ਤੋਂ ਬਾਹਰ ਜਾਣਾ ਪਿਆ। ਭੈੜੀ ਰਾਣੀ ਬਹੁਤ ਖੁਸ਼ ਹੋਈ ਕਿਉਂਕਿ ਰਾਜਾ ਨਹੀਂ ਸੀ ਤੇ ਉਹ ਆਪਣੀ ਮਨਮਾਨੀ ਕਰ ਸਕਦੀ ਸੀ। ਸਾਲ ਤੇ ਸਾਲ ਬੀਤਦੇ ਗਏ ਅਤੇ ਸਨੋ ਵਾਈਟ ਵੱਡੀ ਹੋ ਕੇ ਇੱਕ ਬਹੁਤ ਸੋਹਣੀ ਮੁਟਿਆਰ ਬਣ ਗਈ। ਕੁਝ ਦੂਰ ਇੱਕ ਨਦੀ ਵਿੱਚ ਪਾਣੀ ਪੀਂਦੇ ਹੋਏ ਇੱਕ ਪ੍ਰਿੰਸ ਨੂੰ ਸਨੋ ਵਾਈਟ ਦਾ ਰਿਫਲੈਕਸ਼ਨ ਦਿਖਿਆ। ਉਹਨੂੰ ਆਲੇ ਦੁਆਲੇ ਸਿਰਫ ਕੁਝ ਪੰਛੀ ਦਿਸੇ, ਸਨੋ ਵਾਈਟ ਨਹੀਂ ਮਿਲੀ। ਇੱਕ ਦਿਨ ਫੇਰ ਰਾਣੀ ਨੇ ਆਪਣੇ ਮੈਜਿਕ ਮਿਰਰ ਨੂੰ ਪੁੱਛਿਆ, ਮਿਰਰ ਐ ਤਾਂ ਦੱਸ ਕੌਣ ਹੈ ਸਭ ਤੋਂ ਸੋਹਣਾ ਇੱਥੇ? ਮਿਰਰ ਨੇ ਜਵਾਬ ਦਿੱਤਾ,
ਕਿਵੇਂ ਕਹਾ? ਤੁਸੀਂ ਨਹੀਂ ਰਾਣੀ, ਸਨੋ ਵਾਈਟ ਹੈ ਸਭ ਤੋਂ ਸੋਹਣੀ। ਇਹ ਸੁਣ ਕੇ ਰਾਣੀ ਨੂੰ ਬਹੁਤ ਗੁੱਸਾ ਆਇਆ। ਉਹਨੇ ਸਭ ਤੋਂ ਖਾਸ ਸਿਪਾਹੀ ਨੂੰ ਬੁਲਾਇਆ ਅਤੇ ਇੱਕ ਖਤਰਨਾਕ ਹੁਕਮ ਦਿੱਤਾ। ਤੂੰ ਸਨੋ ਵਾਈਟ ਨੂੰ ਜੰਗਲ 'ਚ ਲੈ ਕੇ ਜਾਵੇਂਗਾ ਤੇ ਮੈਨੂੰ ਉਸ ਦਾ ਦਿਲ ਲਿਆ ਕੇ ਦੇਵੇਂਗਾ। ਸਿਪਾਹੀ ਸਨੋ ਵਾਈਟ ਨੂੰ ਰਾਣੀ ਕੋਲ ਲੈ ਗਏ। ਕੀ ਹਾਲ ਚਾਲ ਸਨੋ ਵਾਈਟ? ਜਾਓ ਜ਼ਰਾ ਜੰਗਲ ਦੀ ਸੈਰ ਕਰਾਓ। ਸਾਡਾ ਸਭ ਤੋਂ ਖਾਸ ਹੰਟਰ ਤੁਹਾਡਾ ਖਿਆਲ ਰੱਖੇਗਾ। ਸਿਪਾਹੀ ਸਨੋ ਵਾਈਟ ਨੂੰ ਘਣੇ ਜੰਗਲ ਵਿੱਚ ਲੈ ਗਿਆ। ਉਹਨੂੰ ਆਪਣਾ ਕੰਮ ਕਰਨਾ ਸੀ। ਪਰ ਸਨੋ ਵਾਈਟ ਦਾ ਨੇਕੀ ਅਤੇ ਪਿਆਰ ਭਰਿਆ ਦਿਲ ਵੇਖ ਕੇ ਉਹ ਰੁਕ ਗਿਆ। ਉਹਨੇ ਉਹਨੂੰ ਵਾਰਨਿੰਗ ਦਿੱਤੀ ਕਿ ਉਹ ਮੁੜ ਕੇ ਕਦੇ ਵੀ ਕੈਸਲ ਨਾ ਜਾਵੇ। ਸੂਰਜ ਢਲਦੇ ਹੀ ਉਹਨੂੰ ਉੱਥੇ ਛੱਡ ਕੇ ਸਿਪਾਹੀ ਕੈਸਲ ਮੁੜ ਗਿਆ। ਸਨੋ ਵਾਈਟ ਨੂੰ ਇਕੱਲੇ ਹਨੇਰੇ ਵਿੱਚ ਬਹੁਤ ਡਰ ਲੱਗ ਰਿਹਾ ਸੀ। ਉਹ ਇੱਕ ਪੇੜ ਦੇ ਥੱਲੇ ਬਹਿ ਕੇ ਰੋਣ ਲੱਗੀ ਜਦੋਂ ਤੱਕ ਉਹਨੂੰ ਨੀਂਦ ਨਹੀਂ ਆ ਗਈ। ਸਵੇਰੇ ਉਹ ਪੰਛੀਆਂ ਦੀ ਆਵਾਜ਼ ਸੁਣ ਕੇ ਉੱਠੀ। ਕਈ ਸਾਰੇ ਉਹਦੇ ਆੜੀ ਬਣ ਗਏ ਸੀ। ਇਹ ਸਾਰੇ ਪੰਛੀ ਉਹਨੂੰ ਪਹਿਲਾਂ ਤੋਂ ਹੀ ਜਾਣਦੇ ਤੇ ਚਾਹੁੰਦੇ ਸੀ ਅਤੇ ਇਸ ਕਰਕੇ ਉਹਨੂੰ ਰਾਹ ਦਿਖਾਉਂਦੇ ਹੋਏ ਆਪਣੇ ਘਰ ਤੱਕ ਲੈ ਆਏ। ਉਹਨਾਂ ਦਾ ਘਰ ਪਿਆਰਾ ਅਤੇ ਛੋਟਾ ਜਿਹਾ ਸੀ। ਪੂਰਾ ਠਹਿਰ ਕੇ ਸਨੋ ਵਾਈਟ ਨੇ ਬੂਹਾ ਖੋਲ੍ਹਿਆ। ਅੰਦਰ ਸਭ ਕੁਝ ਬਹੁਤ ਨਿੱਕਾ ਜਿਹਾ ਸੀ ਅਤੇ ਸਾਫ਼ ਵੀ ਨਹੀਂ ਸੀ। ਉਹਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਘਰ ਹੈ ਕਿਹਦਾ, ਪਰ ਉਹ ਇੱਥੋਂ ਜਾਂਦੀ ਵੀ ਤਾਂ ਕਿੱਥੇ, ਤੇ ਉਹਨੇ ਸਾਫ਼ ਸਫਾਈ ਸ਼ੁਰੂ ਕਰ ਦਿੱਤੀ। ਘਰ ਨੂੰ ਚਕਾਚਕ ਕਰਨ ਤੋਂ ਬਾਅਦ ਉਹਨੇ ਛੋਟੇ-ਛੋਟੇ ਭਾਂਡਿਆਂ ਵਿੱਚ ਬਣਾ ਕੇ ਕੁਝ ਖਾਧਾ। ਬਾਕੀ ਚੀਜ਼ਾਂ ਵਾਂਗ ਇਸ ਘਰ ਦੇ ਬੈੱਡ ਵੀ ਛੋਟੇ ਸੀ। ਸਨੋ ਵਾਈਟ ਇੰਨੀ ਥੱਕ ਚੁੱਕੀ ਸੀ ਕਿ ਉਹ ਜਿੱਥੇ ਸੀ ਉੱਥੇ ਹੀ ਸੋ ਸਕਦੀ ਸੀ। ਉਹਨੇ ਸੋਚਿਆ ਕਿ ਇੱਥੇ ਉਹ ਸੇਫ ਹੈ ਤੇ 3 ਬੈੱਡ ਜੋੜ ਕੇ ਉਹਨਾਂ ਉੱਤੇ ਸੋ ਗਈ। ਸਾਂਝ ਵੇਲੇ 7 ਡਵਾਰਫ ਜਿਨ੍ਹਾਂ ਦਾ ਇਹ ਘਰ ਸੀ ਕੰਮ ਕਰਕੇ ਮੁੜ ਕੇ ਆਪਣੇ ਘਰ ਆਏ। ਉਹਨਾਂ ਨੂੰ ਬੜੀ ਖੁਸ਼ੀ ਹੋਈ ਕਿ ਘਰ ਇੰਨਾ ਸਾਫ਼ ਸੀ ਅਤੇ ਵਧੀਆ ਖਾਣੇ ਦੀ ਵਾਸ਼ਨਾ ਵੀ ਆ ਰਹੀ ਸੀ। ਆਦਤ ਤੋਂ ਮਜਬੂਰ ਇੱਕ ਤੋਂ ਪੂਰਾ ਖਾਣਾ ਡਿੱਗ ਹੀ ਗਿਆ। ਇੱਕ ਡਵਾਰਫ ਸੋਚ ਰਿਹਾ ਸੀ ਕਿ ਹੋ ਕੀ ਰਿਹਾ ਹੈ ਇੱਥੇ। ਕੁਝ ਗੜਬੜ ਹੈ। ਕਿੰਨੇ ਕੀਤਾ ਹੈ ਸਾਰਾ ਕੰਮ ਅੱਜ? ਜੇ ਥੋੜਾ ਸੋ ਲਾ ਤਾਂ ਸ਼ਾਇਦ ਜਵਾਬ ਦੇ ਪਾਵਾਂ। ਸੱਤੋਂ ਡਵਾਰਫ ਹੌਲੀ ਜਿਹੇ ਉੱਤੇ ਆਪਣੇ ਬੈੱਡਰੂਮ ਵਿੱਚ ਗਏ। ਜਿੱਦਾਂ ਹੀ ਪਹੁੰਚੇ ਪੈਰਾਂ ਹੇਠ ਧਰਤੀ ਖਿਸਕ ਗਈ। ਇੰਨੀ ਸੋਹਣੀ ਇੱਕ ਕੁੜੀ ਉਹਨਾਂ ਦੇ ਬੈੱਡ ਤੇ ਸੁੱਤੀ ਪਈ ਸੀ। ਉਹਨਾਂ ਦੀ ਆਵਾਜ਼ ਸੁਣ ਕੇ ਸਨੋ ਵਾਈਟ ਦੀ ਨੀਂਦ ਟੁੱਟ ਗਈ। ਇੰਨੇ ਸਾਰੇ ਲੋਕਾਂ ਨੂੰ ਘੂਰਦੇ ਹੋਏ ਵੇਖ ਕੇ ਉਹ ਡਰ ਗਈ। ਥੋੜਾ ਡਰਦੇ ਹੋਏ ਉਹ ਬੋਲੀ, ਮੈਂ ਸਨੋ ਵਾਈਟ ਹਾਂ, ਮੈਨੂੰ ਮਾਫ ਕਰਿਓ ਜੇ ਮੇਰੇ ਤੋਂ ਕੋਈ ਵੀ ਭੁੱਲ ਹੋਈ। ਮੇਰਾ ਐਸਾ ਕੋਈ ਵੀ ਇਰਾਦਾ ਨਹੀਂ ਸੀ। ਉਹ ਤਾਂ ਅਸੀਂ ਵੀ ਜਾਣਦੇ ਆ, ਪਰ ਨਾ ਤੁਸੀਂ ਸਫਾਈ ਵੀ ਕਰੋ ਤੇ ਖਾਣਾ ਵੀ ਬਣਾਓ। ਡੌਕ ਬੋਲਿਆ। ਅਸੀਂ ਲੋਕੀ 7 ਡਵਾਰਫਸ ਆ। ਇਹ ਹੈਪੀ, ਗ੍ਰੰਪੀ, ਡੋਪੀ, ਸਨੀਜ਼ੀ, ਬੈਸ਼ਫੁਲ ਤੇ ਮੈਂ ਡੌਗ। ਔਰ ਆ ਰਿਹਾ ਸਲੀਪੀ। ਹਾਂ, ਮੈਨੂੰ ਸੌਣ ਦਿਓ। ਸਨੋ ਵਾਈਟ ਬਹੁਤ ਖੁਸ਼ ਸੀ
ਕਿ ਹੁਣ ਉਹਦੇ 7 ਹੋਰ ਮਜ਼ੇਦਾਰ ਫਰੈਂਡ ਨੇ। ਉਹਨੇ ਉਹਨਾਂ ਨੂੰ ਆਪਣੀ ਪੂਰੀ ਕਹਾਣੀ ਦੱਸੀ। 7 ਡਵਾਰਫਸ ਨੂੰ ਬੜਾ ਅਫਸੋਸ ਹੋਇਆ ਕਿ ਉਹਦੇ ਨਾਲ ਨਾਇਨਸਾਫੀ ਹੋਈ ਹੈ। ਉਹਨਾਂ ਨੇ ਉਹਨੂੰ ਆਪਣੇ ਨਾਲ ਰਹਿਣ ਲਈ ਕਿਹਾ। ਸਨੋ ਵਾਈਟ ਮੰਨ ਗਈ ਅਤੇ ਉਹ ਹਮੇਸ਼ਾ ਉਹਨਾਂ ਦੀ ਮਦਦ ਕਰਦੀ ਰਹਿੰਦੀ ਸੀ। ਉਹਨਾਂ ਦੇ ਦਿਨ ਬੜੇ ਮਜ਼ੇ ਨਾਲ ਬੀਤ ਰਹੇ ਸੀ, ਪਰ ਬਹੁਤ ਲੰਬੀ ਨਹੀਂ ਚੱਲਣ ਵਾਲੀ ਸੀ ਉਹਨਾਂ ਦੀ ਇਹ ਪਾਰਟੀ। ਇੱਕ ਦਿਨ ਭੈੜੀ ਰਾਣੀ ਨੇ ਮੈਜਿਕ ਮਿਰਰ ਨੂੰ ਫੇਰ ਉਹੀ ਸਵਾਲ ਪੁੱਛਿਆ। ਮਿਰਰ, ਮੈਨੂੰ ਇਹ ਤਾਂ ਦੱਸ, ਕੌਣ ਹੈ ਸਭ ਤੋਂ ਸੋਹਣੀ ਇੱਥੇ? ਮਾਫ ਕਰਿਓ ਰਾਣੀ, ਸਾਡੀ ਸਨੋ ਵਾਈਟ ਹੈ ਸਭ ਤੋਂ ਸੋਹਣੀ। ਪਰ ਰਾਣੀ ਨੂੰ ਤਾਂ ਇਹ ਲੱਗਿਆ ਸੀ ਕਿ ਉਹ ਮਰ ਚੁੱਕੀ ਹੈ। ਉਹਨੂੰ ਨਹੀਂ ਪਤਾ ਸੀ ਕਿ ਸਿਪਾਹੀ ਨੇ ਕੰਮ ਨਹੀਂ ਕੀਤਾ ਅਤੇ ਆਪੇ ਹੀ ਇਹ ਕੰਮ ਮੁਕਾਉਣ ਦਾ ਸੋਚਿਆ। ਉਸ ਘਰ ਵਿੱਚ ਇੱਕ ਸੁਹਾਣੀ ਸਵੇਰ ਸੀ। ਸਨੋ ਵਾਈਟ 7 ਡਵਾਰਫਸ ਨੂੰ ਕੰਮ ਤੇ ਭੇਜ ਰਹੀ ਸੀ, ਉਹਨਾਂ ਨੂੰ ਇੱਕ ਕਿਸ ਦੇ ਕੇ। ਡੌਕ ਨੇ ਆਪਣੀ ਵਾਰਨਿੰਗਸ ਸਨੋ ਵਾਈਟ ਨੂੰ ਉਸ ਦਿਨ ਵੀ ਦੱਸੀ। साढ़े रूल्स याद है ना, कोई भी ऊपरों बंदा आए, बुआ खड़काए ते खोलना नहीं। ਓਕੇ ਡੌਕ, ਪਰ ਤੁਸੀਂ ਦੇਰ ਨਾ ਕਰਿਓ। ਸਨੋ ਵਾਈਟ ਖਾਣਾ ਬਣਾ ਰਹੀ ਸੀ। ਉਸੇ ਵੇਲੇ ਬੂਹੇ ਤੇ ਖਟਖਟ ਹੋਈ। ਡਵਾਰਫਸ ਇਸ ਟਾਈਮ ਤਾਂ ਨਹੀਂ ਮੁੜ ਕੇ ਆਉਂਦੇ। ਕੌਣ ਹੈ ਉੱਥੇ? ਡੌਕ, ਤੁਸੀਂ ਹੋ? ਬਾਹਰੋਂ ਇੱਕ ਬੁੱਢੀ ਜਨਾਨੀ ਦੀ ਆਵਾਜ਼ ਆਈ। ਮੈਂ ਵਿਚਾਰੀ ਤੁਹਾਡਾ ਕੀ ਵਿਗਾੜ ਦਵਾਂਗੀ, ਖੋਲੋ ਤਾਂ ਸਹੀ। ਪੀਪ ਹੋਲ ਵਿੱਚੋਂ ਵੇਖਿਆ ਤਾਂ ਇੱਕ ਕਮਜ਼ੋਰ ਜਿਹੀ ਬੁੱਢੀ ਜਨਾਨੀ ਦਿਸੀ। ਉਹਨੇ ਸੋਚਿਆ ਇਹ ਭਲਾ ਕੀ ਨੁਕਸਾਨ ਕਰੂਗੀ ਮੇਰਾ, ਅਤੇ ਉਹਨੇ ਬੂਹਾ ਖੋਲ ਦਿੱਤਾ। ਹਾਏ ਮੇਰੀ ਸੋਹਣੀ ਕੁੜੀ, ਮੈਂ ਇੱਥੋਂ ਲੰਘ ਰਹੀ ਸੀ, ਜੇ ਕੁਝ ਖਾਣ ਨੂੰ ਦੇ ਦਿੰਦੀ ਧੀਏ, ਸੀਸਾਂ ਦਵਾਂਗੀ ਤੈਨੂੰ। ਸਨੋ ਵਾਈਟ ਨੇ ਉਹਨੂੰ ਅੰਦਰ ਬੁਲਾਇਆ ਤੇ ਗਰਮ ਖਾਣਾ ਦਿੱਤਾ। ਰੱਬ ਤੇਰਾ ਭਲਾ ਕਰੇ ਕੁੜੀਏ, ਮੇਰੇ ਕੋਲ ਪੈਸੇ ਤਾਂ ਹੈ ਨਹੀਂ, ਪਰ ਇੱਕ ਬਹੁਤ ਵਧੀਆ ਐਪਲ ਹੈ। ਇਸ ਐਪਲ ਦੀ ਇੱਕ ਬਾਈਟ ਵਿੱਚ ਜਾਦੂ ਹੈ। ਸਨੋ ਵਾਈਟ ਨੇ ਛੇਤੀ ਹੀ ਉਹਦੀ ਇੱਕ ਬਾਈਟ ਲਿੱਤੀ ਅਤੇ ਉਹ ਚੱਕਰ ਖਾ ਕੇ ਡਿੱਗ ਪਈ। ਇਹ ਬੁੱਢੀ ਜਨਾਨੀ ਹੋਰ ਕੋਈ ਨਹੀਂ ਬਲਕਿ ਉਹੀ ਭੈੜੀ ਰਾਣੀ ਸੀ, ਅਤੇ ਉਸ ਐਪਲ ਵਿੱਚ ਜਾਦੂ ਨਹੀਂ, ਜ਼ਹਿਰ ਸੀ। ਉਹਦੀ ਇੱਕ ਬਾਈਟ ਵਿੱਚ ਇੰਨਾ ਜ਼ਹਿਰ ਸੀ ਕਿ ਸਨੋ ਵਾਈਟ ਐਸੀ ਨੀਂਦ ਵਿੱਚ ਸੋ ਜਾਵੇ ਕਿ ਫੇਰ ਕਦੀ ਉੱਠ ਹੀ ਨਾ ਸਕੇ। ਜਦੋਂ 7 ਡਵਾਰਫਸ ਘਰ ਆਏ, ਉਹਨਾਂ ਨੂੰ ਸਨੋ ਵਾਈਟ ਧਰਤੀ ਤੇ ਡਿੱਗੀ ਮਿਲੀ। ਡੌਕ ਨੇ ਵੇਖਿਆ ਉਸ ਐਪਲ ਨੂੰ। ਸਨੋ ਵਾਈਟ ਸੁੱਤੀ ਹੋਈ ਵੀ ਬਹੁਤ ਸੋਹਣੀ ਲੱਗ ਰਹੀ ਸੀ। ਡਵਾਰਫਸ ਨੇ ਉਹਨੂੰ ਇੱਕ ਗਲਾਸ ਬਾਕਸ ਵਿੱਚ ਸਜਾਵਟ ਦੇ ਨਾਲ ਰੱਖ ਦਿੱਤਾ ਅਤੇ ਜੰਗਲ ਵਿੱਚ ਐਸੇ ਥਾਂ ਤੇ ਰੱਖਿਆ ਜਿੱਥੇ ਉਹਦੇ ਸਾਰੇ ਦੋਸਤ ਉਹਨੂੰ ਮਿਲ ਸਕਦੇ ਸੀ। ਇੱਕ ਦਿਨ ਇੱਕ ਪ੍ਰਿੰਸ ਉਸੇ ਜੰਗਲ ਵਿੱਚ ਆਇਆ ਜਦੋਂ ਸਨੋ ਵਾਈਟ ਸੋ ਰਹੀ ਸੀ, ਅਤੇ ਪੰਛੀਆਂ ਨੇ ਉਹਨੂੰ ਰਸਤਾ ਵਿਖਾਇਆ ਉੱਥੇ ਦਾ ਜਿੱਥੇ ਸਨੋ ਵਾਈਟ ਸੋ ਰਹੀ ਸੀ। ਪ੍ਰਿੰਸ ਨੂੰ ਭਰੋਸਾ ਨਹੀਂ ਹੋਇਆ ਕਿ ਇਹ ਉਹੀ ਸੋਹਣੀ ਪ੍ਰਿੰਸੈਸ ਹੈ ਜਿਹਦੀ ਰਿਫਲੈਕਸ਼ਨ ਉਹਨੇ ਇੱਕ ਵਾਰੀ ਪਾਣੀ ਵਿੱਚ ਵੇਖੀ ਸੀ ਅਤੇ ਕਈ ਵਾਰੀ ਸੁਪਨਿਆਂ ਵਿੱਚ। ਉਹਨੇ ਗਲਾਸ ਬਾਕਸ ਦਾ ਕਵਰ ਹਟਾਇਆ, ਸਨੋ ਵਾਈਟ ਨੂੰ ਕਿਸ ਕੀਤਾ। ਉਸੇ ਪਲ ਸਨੋ ਵਾਈਟ ਤੇ ਪ੍ਰਿੰਸ ਦੋਨਾਂ ਦੇ ਸੁਪਨੇ ਸੱਚ ਹੋ ਗਏ। ਉਹਨਾਂ ਦਾ ਪਿਆਰ ਬੁਰਾਈ ਤੋਂ ਜਿੱਤ ਗਿਆ ਅਤੇ ਸਨੋ ਵਾਈਟ ਮੁੜ ਕੇ ਠੀਕ ਹੋ ਗਈ। ਉਸੇ ਵੇਲੇ ਰਾਜਾ ਨੂੰ ਆਪਣੀ ਧੀ ਦੇ ਨਾਲ ਹੋਏ ਅਤਿਆਚਾਰਾਂ ਦਾ ਪਤਾ ਲੱਗਿਆ ਅਤੇ ਉਹਨੇ ਮੈਜਿਕ ਮਿਰਰ ਨੂੰ ਤੋੜ ਦਿੱਤਾ ਅਤੇ ਰਾਣੀ ਨੂੰ ਕੈਸਲ ਤੋਂ ਦੂਰ ਭੇਜ ਦਿੱਤਾ। ਸਨੋ ਵਾਈਟ ਆਪਣੇ ਘਰ, ਆਪਣੇ ਕੈਸਲ ਮੁੜ ਆਈ, ਆਪਣੇ ਪਾਪਾ ਦੇ ਕੋਲ। ਸਨੋ ਵਾਈਟ ਤੇ ਪ੍ਰਿੰਸ ਦਾ ਵਿਆਹ ਬਹੁਤ ਸ਼ਾਨਦਾਰ ਹੋਇਆ। ਸਨੋ ਵਾਈਟ, ਰਾਜਾ, ਪ੍ਰਿੰਸ ਅਤੇ 7 ਡਵਾਰਫਸ ਮਿਲ ਕੇ ਹਮੇਸ਼ਾ ਖੁਸ਼ੀ ਦੇ ਨਾਲ ਰਹੇ।